ਤੇ ਕੁਝ ਡਰਾਈਵਰ ਗੁਰਦੁਆਰੇ ਅੰਦਰ ਹੋ ਗਏ, ਪਰ ਗੁਰਦੁਆਰੇ ਵਿੱਚ ਵੀ ਉਹਨਾਂ ਹਮਲਾ ਕਰਕੇ ਗੁਰਦੁਆਰੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਜਿਹੜੇ ਗੁਰਦੁਆਰੇ ਅੰਦਰ ਸਨ ਮਾਰੇ ਗਏ। ਦੇਖਦੇ DTC ਦੀਆਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਗੁੰਡਾ ਅਨਸਰ ਹਥਿਆਰ ਲੈ ਕੇ ਉਹਨਾਂ ਨੇ ਸਾਨੂੰ ਇਤਨੀਆਂ ਬਾਹਜ਼ਾਤ ਗੱਲਾਂ ਕੱਢੀਆਂ, ਮੈਨੂੰ ਸਮਝ ਨਹੀਂ ਆਈ ਇਹ ਕਿਉਂ ਗੱਲਾਂ ਕਰਦੇ। ਸਾਡੀ ਗੱਡੀ ਨੂੰ ਅੱਗ ਵੀ ਅਸੀਂ ਆਪਣੀ ਅੱਖਾਂ ਦੇ ਨਾਲ ਲਾਈਵ ਦੇਖਿਆ। ਸ਼ਾਮ ਪਈ 7:30-8 ਵਜੇ ਦਾ ਟਾਈਮ ਆਇਆ ਤਾਂ ਹਮਲਾਵਰ ਆ ਗਏ ਕੋਈ 3-4 ਹਜ਼ਾਰ ਦੀ ਗਿਣਤੀ ਦੇ ਵਿੱਚ। ਉਹਨਾਂ ਨੇ ਬੜਾ ਜ਼ਬਰਦਸਤ ਤਰੀਕੇ ਨਾਲ ਹਮਲਾ ਕੀਤਾ, ਅਸੀਂ ਮੁਕਾਬਲਾ ਕੀਤਾ। ਇਹ ਮਤਲਬ ਸਿਆਣੇ ਬੰਦੇ ਸਮਝਦੇ, ਇਹਨਾਂ ਨੂੰ ਦੂਰਅੰਦੇਸ਼ੀ ਸੀ, ਪਤਾ ਸੀ ਕਿ ਹਾਲਾਤ ਕੀ ਬਣਨ ਵਾਲੇ। ਇਹਨਾਂ ਨੇ ਮੈਨੂੰ ਕਹਿ ਦਿੱਤਾ ਸੀ ਵੀ ਹੁਣ ਮਰਨਾ ਹੈ, ਮਤਲਬ ਕੁੱਤੇ ਦੀ ਮੌਤ ਨਹੀਂ ਮਰਨਾ, ਲੜ ਕੇ ਮਰਨਾ। ਸਿੱਖਾਂ ਦੀਆਂ ਭੈਣਾਂ ਦੀਆਂ ਮਾਵਾਂ ਦੀਆਂ ਇੱਜ਼ਤਾਂ ਲੁਟਾਉਂਦੇ ਆ। ਆਪਣੀ ਅੱਖਾਂ ਨਾਲ ਦੇਖਿਆ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਸਾੜਨ ਦਾ। ਆਪਣੀ ਅੱਖਾਂ ਦੇ ਨਾਲ ਦੇਖਿਆ ਸਿੱਖਾਂ ਦੀਆਂ ਧੀਆਂ ਦੇ ਗੁਪਤ ਅੰਗਾਂ ਦੇ ਵਿੱਚ ਰਾੜਾ ਮਾਰ ਕੇ ਉਹਨੂੰ ਮਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘਨਾਦ TV ਚੈਨਲ ਨੂੰ ਸੁਣ ਰਹੇ ਸਰੋਤੇ ਦੇਸ਼ ਪ੍ਰਦੇਸ਼ ਦੇ ਵਿੱਚ, ਜੋ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਨਗਰ ਜੰਮੂ ਕਸ਼ਮੀਰ ਵਿਖੇ ਜੋ ਤੁਹਾਡੇ ਨਾਲ ਅੱਜ ਮੁਲਾਕਾਤ ਕਰਾ ਰਹੇ ਹਾਂ, ਜੋ 1984 ਦੇ ਵਿੱਚ ਜੋ ਉਹਨਾਂ ਨੇ ਅੱਖੀਂ ਦੇਖਿਆ, ਜੋ ਉਸ ਵਕਤ ਦੀ ਉਸ ਸਰਕਾਰ ਨੇ ਸਿੱਖਾਂ ਦੇ ਨਾਲ ਪਲਾਨ ਦੇ ਆਧਾਰ 'ਤੇ ਜੋ ਉੱਥੇ ਨਸਲਕੁਸ਼ੀ ਕੀਤੀ ਗਈ, ਜੈਨੋਸਾਈਡ ਹੋਇਆ। ਉਸ ਵਿੱਚ ਅਨੇਕਾਂ ਸਿੱਖ ਬੱਚੇ ਬੱਚੀਆਂ ਮਾਰੇ ਗਏ, ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਗਏ। ਉੱਥੋਂ ਦੇ ਲੀਡਰ, ਸਰਕਾਰਾਂ, ਪੁਲਿਸ ਪ੍ਰਸ਼ਾਸਨ ਸਭ ਮੂਕ ਦਰਸ਼ਨ ਹੋ ਕੇ ਦੇਖਦੇ ਰਹੇ। ਜਦੋਂ 1984 ਦੇ ਭਾਣਾ ਵਰਤਿਆ ਤੇ ਕਿਸੇ ਨੇ ਬਾਂਹ ਤੱਕ ਨਹੀਂ ਫੜੀ। 4 ਦਿਨ ਲਗਾਤਾਰ ਉੱਥੇ ਇਹ ਨੰਗਾ ਨਾਚ ਹੁੰਦਾ ਰਿਹਾ। ਸੋ ਅਸੀਂ ਅੱਜ ਤੁਹਾਨੂੰ ਉਹਨਾਂ ਵੀਰਾਂ ਦੇ ਨਾਲ ਮਿਲਾਵਾਂਗੇ ਜੋ ਉਸ ਵਕਤ ਉਹਨਾਂ ਦੇ ਪਿਤਾ ਜੀ ਸਰਦਾਰ ਹਰਪਾਲ ਸਿੰਘ ਜੀ ਦੇ ਪਿਤਾ ਜੀ ਗੱਡੀ ਚਲਾਉਂਦੇ ਸਨ। ਅਤੇ ਉਸ ਵਕਤ ਸਰਦਾਰ ਹਰਪਾਲ ਸਿੰਘ ਜੀ ਦੀ ਉਮਰ ਜਿਹੜੀ ਸੀ ਉਹ ਕੋਈ 15 ਸਾਲ ਸੀ। ਅਤੇ ਨਾਲ ਸਰਦਾਰ ਪ੍ਰਿਤਪਾਲ ਸਿੰਘ ਜੀ, ਉਹਨਾਂ ਦੇ 2 ਭਰਾ ਸਨ ਜੋ ਇੱਥੋਂ ਗੱਡੀ ਦੇ ਕਾਰੋਬਾਰ 'ਚ ਸੰਬੰਧ ਵਿੱਚ ਦਿੱਲੀ ਗਏ ਸਨ, ਜਿਨ੍ਹਾਂ ਦਾ ਨਾਂ ਗੁਰਦੇਵ ਸਿੰਘ ਅਤੇ ਉਮਰ 27 ਸਾਲ ਸੀ, ਅਤੇ ਕਰਨਜੀਤ ਦੀ ਉਮਰ ਕੋਈ 35 ਸਾਲ ਸੀ। ਸੋ ਉਹਨਾਂ ਦੀ ਉਹ ਉੱਥੇ ਗਏ ਸਨ। ਉਹਨਾਂ ਦੇ ਨਾਲ ਜੋ ਉਸ ਵਕਤ ਉੱਥੇ ਜੋ ਭਾਣਾ ਵਰਤਿਆ, ਉਹਨਾਂ ਨੂੰ ਉਸ ਵਕਤ ਉੱਥੋਂ ਦੀ ਭੀੜ ਨੇ, ਉੱਥੋਂ ਦੇ ਲੋਕਾਂ ਨੇ, ਸਰਕਾਰ ਨੇ ਉਹਨਾਂ ਨੂੰ ਮਾਰ ਮੁਕਾਇਆ। ਸੋ ਉਸ ਸੰਬੰਧ ਵਿੱਚ ਆਪ ਜੀ ਦੇ ਨਾਲ ਸਰਦਾਰ ਪ੍ਰਿਤਪਾਲ ਸਿੰਘ ਜੀ ਨਾਲ ਉਹ ਸੰਬੰਧ ਜਿਹੜੇ ਇਹਨਾਂ ਦੇ ਬ੍ਰਦਰ ਉੱਥੇ ਗਏ ਸਨ, ਜੋ ਇਹਨਾਂ ਨੇ ਇਹ ਪਰਿਵਾਰ ਨੂੰ ਬੜਾ ਦੁੱਖ ਉਹ ਮਹਿਸੂਸ ਹੋਇਆ ਉਸ ਵਕਤ, ਕਿਉਂਕਿ ਜਿਸ ਪਰਿਵਾਰ ਦੇ 2 ਹੋਣਹਾਰ ਜਵਾਨ ਬੱਚੇ ਉੱਥੇ ਮਰ ਜਾਣ, ਸਰਕਾਰ ਵੱਲੋਂ ਮਾਰੇ ਜਾਣ, ਅਤੇ ਉਸ ਪਰਿਵਾਰ ਦੇ ਨਾਲ ਕੀ ਭਾਣਾ ਵਰਤਿਆ ਹੋਵੇਗਾ, ਉਹਨਾਂ ਨੂੰ ਕੀ ਮੁਸ਼ਕਲਾਂ ਆਈਆਂ ਹੋਣਗੀਆਂ। ਆਓ ਉਹਨਾਂ ਦੇ ਨਾਲ ਤੁਹਾਨੂੰ ਗੱਲਬਾਤ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਧੰਨਵਾਦੀ ਹਾਂ ਸਿੰਘਨਾਦ TV ਚੈਨਲ ਵਾਲਿਆਂ ਦੇ, ਜਿਹੜੇ ਕਿ ਅੱਜ ਸਾਡੇ ਕੋਲ ਆ ਕੇ ਸਾਡੇ 1984 ਜੋ ਸਾਡੇ ਨਾਲ ਬੀਤੀ, ਜੋ ਮੇਰੇ ਭਰਾਵਾਂ ਨਾਲ ਬੀਤੀ, ਜੋ ਜੰਮੂ ਦੇ ਹੋਰ ਵਸਨੀਕਾਂ ਨਾਲ ਬੀਤੀ, ਉਹਨਾਂ ਦੇ ਸੰਬੰਧ ਸਾਡੇ ਨੂੰ ਗੱਲਬਾਤ ਕਰਨ ਆਏ ਨੇ। ਸਭ ਤੋਂ ਪਹਿਲਾਂ ਮੈਂ ਆਪਣੇ ਭਰਾਵਾਂ ਦੀ ਸਟੋਰੀ ਤੁਹਾਨੂੰ ਦੱਸਾਂ। ਮੇਰੇ 2 ਬ੍ਰਦਰ, ਇੱਕ ਦਾ ਨਾਮ ਸਰਦਾਰ ਗੁਰਦੇਵ ਸਿੰਘ ਸੀ, ਜਿਹਦੇ 2 ਬੱਚੇ ਸਨ, ਇੱਕ ਲੜਕੀ 3 ਸਾਲ ਦੀ ਅਤੇ ਬੇਟੀ ਸਾਲ ਦਾ ਬੇਟਾ ਸੀ। ਅਤੇ ਛੋਟਾ ਬ੍ਰਦਰ ਕਰਨਜੀਤ ਸਿੰਘ ਜੋ ਕਿ ਆਏ ਕੁਆਰਾ ਸੀ। ਇਹ ਆਪਣੇ ਟਰੱਕ ਲੈ ਕੇ ਸ਼੍ਰੀਨਗਰ ਤੋਂ ਫਰੂਟ ਲੋਡ ਕਰਕੇ ਦਿੱਲੀ ਵੱਲ ਟੁਰੇ ਸਨ। ਅਤੇ 31 ਅਕਤੂਬਰ 1984 ਨੂੰ ਦਿੱਲੀ ਆਜ਼ਾਦਪੁਰ ਮੰਡੀ ਪਹੁੰਚ ਗਏ ਸੀ। ਉਸੇ ਦਿਨ ਇੰਦਾ ਰਾਈਟਸ ਹੋ ਗਏ। ਉਹਦੇ ਵਿੱਚ ਉਹ ਦੋਨੋਂ ਬ੍ਰਦਰ ਉੱਥੇ ਸਨ। ਜਿਸ ਵੇਲੇ 1 ਨਵੰਬਰ ਨੂੰ ਸਵੇਰੇ ਟ੍ਰੇਨਾਂ ਭਰ ਕੇ, ਬੱਸਾਂ ਭਰ ਕੇ ਹਮਲਾਵਰ ਆ ਗਏ ਸਿੱਖਾਂ ਨੂੰ ਮਾਰਨ ਲਈ। ਉਹਨਾਂ ਨੇ ਆਪਣੀਆਂ ਗੱਡੀਆਂ ਕੱਢ ਕੇ ਨਿਕਲ ਕੇ ਮੁੜ ਕੇ ਪੰਜਾਬ ਵੱਲ ਤੁਰਨ ਦੀ ਕੋਸ਼ਿਸ਼ ਕੀਤੀ। ਰਸਤੇ ਵਿੱਚ ਵਾਪਸੀ 'ਚ ਅਲੀਪੁਰ ਥਾਣੇ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਕੋਲ ਗੱਡੀਆਂ ਖੜੀਆਂ ਸਨ, ਕੁਝ ਉਹ ਵੀ ਰੁਕ ਗਏ।
ਇਸ ਦੇ ਥੋੜ੍ਹੀ ਦੇਰ ਬਾਅਦ ਹਮਲਾਵਰ ਹਜ਼ੂਮ ਹਜ਼ਾਰਾਂ ਦੀ ਤਾਦਾਦ ਵਿੱਚ ਦੋ ਤਰਫੋਂ ਆ ਗਿਆ। ਸਾਰੇ ਡਰਾਈਵਰ ਭੱਜ ਭੁੱਜ ਕੇ ਨਿਕਲ ਗਏ ਅੱਗੇ ਪਿੱਛੇ। ਕੁਛ ਡਰਾਈਵਰ ਗੁਰਦੁਆਰੇ ਅੰਦਰ ਹੋ ਗਏ, ਪਰ ਗੁਰਦੁਆਰੇ ਵਿੱਚ ਵੀ ਉਹਨਾਂ ਹਮਲਾ ਕਰਕੇ ਗੁਰਦੁਆਰੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਜਿਹੜੇ ਗੁਰਦੁਆਰੇ ਅੰਦਰ ਸਨ ਮਾਰੇ ਗਏ, ਕੋਈ ਭੱਜ ਕੇ ਅੱਗੇ ਪਿੱਛੇ ਨਿਕਲ ਗਏ। ਪਰ ਮੇਰੇ ਦੋਨੋਂ ਬ੍ਰਦਰ ਉਹ ਉਸ ਤੋਂ ਬਾਅਦ ਟਰੇਸ ਆਊਟ ਨਹੀਂ ਹੋ ਸਕੇ। ਅਸੀਂ ਦਿੱਲੀ ਦੀ ਹਰ ਕੈਂਪਾਂ ਵਿੱਚ ਹਾਲਾਤ ਠੀਕ ਹੋਣ ਦੇ ਬਾਅਦ ਗਏ, ਕੈਂਪਾਂ 'ਚ ਗਏ, ਪੁਲਿਸ ਥਾਣੇ 'ਚ ਗਏ, ਸਭ ਕੁਝ ਕਿਤੇ ਇਸੇ ਤੱਕ ਉਹ ਟਰੇਸ ਆਊਟ ਨਹੀਂ ਹੋਈ। ਉਹਨਾਂ ਦੇ ਗਮ ਵਿੱਚ ਮੇਰੀ ਮਦਰ, ਮੇਰਾ ਫਾਦਰ ਦੋਨੋਂ ਕੁਛ ਅਰਸੇ ਬਾਅਦ ਉਹ ਵੀ ਚੱਲ ਬਸੇ। ਪਰ ਇਹ ਹਾਲਾਤ ਇਤਨੇ ਭੈੜੇ ਹੋਏ ਕਿ ਸਾਡੇ ਉਹਦੇ ਵਿੱਚ 6 ਜੰਮੂ ਦੇ ਵਸਨੀਕ ਬੱਚੇ, ਇੱਕ ਇੱਥੇ ਪੌਣੀ ਪਾਰਕ ਪੁੰਛਵਾਲ ਰਹਿੰਦਾ ਸੀ, ਦੂਸਰਾ ਬੇਟਾ ਇੱਧਰ ਆਪਣਾ ਪੌਣ ਕੈਂਪ ਵਿਖੇ ਰਹਿੰਦਾ ਸੀ, ਇੱਕ ਡਿਗਿਆਣਾ ਆਸ਼ਰਮ ਦੇ ਨਜ਼ਦੀਕ ਰਹਿੰਦਾ ਸੀ, ਇੱਕ ਸਰਦਾਰ ਤੀਰਥ ਸਿੰਘ ਜੋ ਚੱਠੇ ਫਾਰਮ ਵਿੱਚ ਰਹਿੰਦਾ ਸੀ। ਇਸ ਤਰ੍ਹਾਂ ਕਰਦਿਆਂ 6 ਵਿਅਕਤੀਆਂ ਦੀ ਮੌਤ ਉੱਥੇ ਹੋਈ, ਜਿਹੜਾ ਕਿ ਮੌਤ ਨਹੀਂ ਕਿਹਾ ਜਾਂਦਾ ਬਲਕਿ ਕਤਲ ਕੀਤਾ ਗਿਆ। ਤੇ ਉਸ ਗੌਰਮਿੰਟ ਨੇ ਸਾਡੇ ਨਾਲ ਇਸ ਵੇਲੇ ਤੱਕ ਕੋਈ ਗੱਲਬਾਤ, ਕੋਈ ਇੰਟਰਨੈਸ਼ਨਲ ਚੈਨਲ ਵਾਲਾ ਨਹੀਂ ਸਾਡੇ ਕੋਲ ਆਇਆ, ਕੁਛ ਨਹੀਂ। ਅੱਜ ਇਹ ਨਾਥ TV ਵਾਲੇ ਚੈਨਲ ਵਾਲੇ ਆ ਕੇ ਸਾਡੇ ਦੁੱਖ ਨਾਲ ਦੁੱਖ ਵੰਡਾਉਣ ਰਹੇ ਹਨ। ਅਸੀਂ ਇਹਨਾਂ ਦਾ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ। ਹਰਪਾਲ ਸਿੰਘ ਜੀ, ਤੁਹਾਡੇ ਤੋਂ ਪਹਿਲਾਂ ਸਰਦਾਰ ਪ੍ਰਿਤਪਾਲ ਸਿੰਘ ਜੀ ਨੇ ਜੋ ਜੰਮੂ ਦੇ ਹੋਰ ਵੀ ਜਿਹੜੇ ਸਿੱਖ ਵੀਰ ਸਨ, ਜਿਨ੍ਹਾਂ ਦੇ ਉੱਥੇ ਕਤਲ ਕੀਤਾ ਗਿਆ ਸਰਕਾਰ ਵੱਲੋਂ, ਪਬਲਿਕ ਵੱਲੋਂ, ਲੋਕਾਂ ਵੱਲੋਂ। ਮੈਂ ਸਰਕਾਰ ਦਾ ਨਾਂ ਇਸ ਕਰਕੇ ਲੈਂਦਾ ਕਿ ਸਰਕਾਰ ਉੱਥੇ ਚੁੱਪ ਸੀ। ਸਰਕਾਰ ਦੀ ਸ਼ਹਿ 'ਤੇ ਪੂਰਾ ਕੁਝ ਹੋਇਆ, ਪਲਾਨ ਦੇ ਤਹਿਤ ਹੋਇਆ। ਅਤੇ ਤੁਸੀਂ ਜੇ ਤੁਹਾਡੀ ਉਸ ਵਕਤ ਉਮਰ ਕਿੰਨੀ ਸੀ ਅਤੇ ਤੁਸੀਂ ਉੱਥੇ ਕੀ ਲੈਣ ਗਏ ਸੋ ਦਿੱਲੀ ਵਿਖੇ, ਜਿਹੜਾ ਤੁਸੀਂ ਇਹ ਲਾਈਵ ਸਾਰਾ ਅੱਖੀਂ ਦੇਖਿਆ, ਤੁਸੀਂ ਕੀ ਉੱਥੇ ਲੈਣ ਕੀ ਗਏ ਸੋ? ਸਭ ਤੋਂ ਪਹਿਲੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਖਸ਼ੀ ਹੋਈ ਫਤਿਹ ਤੁਹਾਡੇ ਨਾਲ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਿੰਘਨਾਦ TV ਵਾਲਿਆਂ ਦਾ। ਸਰਦਾਰ ਪੁਸ਼ਪਿੰਦਰ ਸਿੰਘ ਜੀ ਅਸੀਂ ਵੀ ਤੁਹਾਡਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇਸ ਉਹ 36 ਸਾਲ ਪਹਿਲੇ ਜੋ ਦਰਦਨਾਕ ਹਾਦਸਾ ਵਾਪਰਿਆ ਸੀ ਕੌਮ ਦੇ ਉੱਪਰ, 31 ਅਕਤੂਬਰ 1984 ਨੂੰ ਮੈਂ ਆਪਣੇ ਫਾਦਰ ਸਰਦਾਰ ਸਵਰਗਵਾਸੀ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਨਾਲ ਟਰੱਕ ਦੇ ਵਿੱਚ ਦਿੱਲੀ ਘੁੰਮਣ ਲਈ ਜਾ ਰਿਹਾ ਸੀ। ਸਾਡੀ ਗੱਡੀ ਨੇ ਵੀ ਫਰੂਟ ਲੋਡ ਕੀਤਾ ਸੀ, ਦੀਵਾਲੀ ਦਾ ਸੀਜ਼ਨ ਸੀ। ਅਤੇ ਲੁਧਿਆਣਾ ਦੇ ਵਿੱਚ ਜ਼ਮੀਂਦਾਰਾਂ ਢਾਬਾ ਇੱਕ ਦਰਬਿੰਦਰ ਦੇ ਚਾਚੇ ਦਾ, ਉੱਥੇ ਅਸੀਂ ਰੋਟੀ ਖਾ ਰਹੇ ਸੀਗੇ ਸਾਣੇਵਾਲ। ਉੱਥੇ ਸਾਨੂੰ ਸਰਦਾਰ ਕਰਨਜੀਤ ਸਿੰਘ ਜੋ ਕਿ ਬਾਅਦ ਵਿੱਚ 1 ਨਵੰਬਰ ਨੂੰ ਦਿੱਲੀ ਵਿੱਚ ਮਾਰੇ ਗਏ, ਉਹਨਾਂ ਨਾਲ ਬੈਠ ਕੇ ਅਸੀਂ ਇਕੱਠੇ ਰੋਟੀ ਖਾਧੀ। ਉੱਥੋਂ ਦਿਨ ਤੋਂ ਚੱਲ ਕੇ ਸ਼ਾਮ ਨੂੰ ਅਸੀਂ ਅੰਬਾਲਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਸਟੇ ਕੀਤਾ, ਰੁਕਿਆ। ਅਤੇ ਉੱਥੇ ਹੀ ਪ੍ਰੋਗਰਾਮ ਬਣੇ ਜੀ ਚਲੋ ਦਿੱਲੀ ਚਲੀਏ। ਫਰੈਸ਼ ਫਰੂਟ ਲੱਦਿਆ ਸੀ, ਦਿੱਲੀ ਜਾਣਾ ਜ਼ਰੂਰੀ ਸੀ। ਸ਼ਾਹਬਾਦ ਮਾਰਕੰਡਾ ਦੇ ਕੋਲ ਜਾ ਕੇ ਪੁਲਿਸ ਨੇ ਸਾਨੂੰ ਵਾਪਸ ਭੇਜ ਦਿੱਤਾ। 15 ਕਿਲੋਮੀਟਰ ਦੂਰ, 20 ਕਿਲੋਮੀਟਰ ਦਿੱਲੀ ਅੰਬਾਲੇ ਤੋਂ ਅੱਗੇ ਜਾ ਕੇ ਅਸੀਂ ਫਿਰ ਵਾਪਸ ਆ ਗਏ। ਫਿਰ ਮਿਡਨਾਈਟ ਰਾਤ ਨੂੰ ਕੋਈ 12 ਸਾਢੇ 12 ਵਜੇ ਨਾਲ ਫਿਰ ਇੱਕ ਵਾਰ ਟਰਾਈ ਕੀਤੀ ਅਤੇ ਦਿੱਲੀ ਜਾਈਏ, ਕਿਉਂਕਿ ਫਰੂਟ ਸੀ, ਸਭ ਨੇ ਭਾੜਾ ਲੈਣਾ ਸੀ। ਅਤੇ ਦਿੱਲੀ ਅਸੀਂ ਚਲੇ ਗਏ। ਅਰਲੀ ਮਾਰਨਿੰਗ ਸਵੇਰੇ ਤੜਕੇ ਅਸੀਂ ਦਿੱਲੀ ਪੁੱਜ ਗਏ, ਸਾਰੀਆਂ ਗੱਡੀਆਂ ਪੁੱਜ ਗਈਆਂ। ਦਿੱਲੀ ਪੁੱਜਣ ਤੋਂ ਬਾਅਦ ਸਾਰੇ ਜੋ ਡਰਾਈਵਰ ਸਨ ਜਾਂ ਮਾਲਕ ਸਨ, ਕੋਈ ਆਪਣੇ ਆਪਣੇ ਫੜ ਦਾ ਪਤਾ ਕਰਨ ਚਲੇ ਗਏ ਕਿਹੜਾ ਕਿਹੜਾ ਵਪਾਰੀ ਕਿਹਦਾ ਮਾਲ ਹੈ। ਅਤੇ ਸਾਡੀ ਗੱਡੀ ਜਿਹੜੀ ਜਹਾਂਗੀਰਪੁਰੀ ਬੱਤੀਆਂ ਵਾਲੇ ਚੌਂਕ ਤੋਂ 1 ਕਿਲੋਮੀਟਰ ਅੱਗੇ ਜਹਾਂਗੀਰਪੁਰੀ ਇੱਕ ਬਹੁਤ ਵੱਡੀ ਕਲੋਨੀ ਹੈ, ਜਿੱਥੋਂ ਆਜ਼ਾਦਪੁਰ ਮੰਡੀ ਤੋਂ 1 ਕਿਲੋਮੀਟਰ 1.5 ਕਿਲੋਮੀਟਰ ਪਹਿਲੇ ਆਉਂਦੀ ਹੈ। ਉੱਥੇ ਇਹਨਾਂ ਦਾ ਬਾਹਰ ਇੱਕ ਚੈੱਕ ਪੋਸਟ ਹੁੰਦੀ ਸੀ, ਉੱਥੇ ਹੀ ਐਂਟਰੀ ਹੋ ਕੇ ਗੱਡੀਆਂ ਟਰਨ ਬਾਈ ਟਰਨ ਅੰਦਰ ਜਾਂਦੀਆਂ ਸਨ। ਅਤੇ ਸਾਡੀ ਗੱਡੀ ਉੱਥੇ ਤੰਬੂ ਲੱਗੇ ਹੁੰਦੇ, ਤੰਬੂ 'ਤੇ ਪਹਿਲੇ ਨੰਬਰ 'ਤੇ ਸਾਡੀ ਗੱਡੀ ਲੱਗੀ ਸੀ। ਸੁਬਾਹ ਦਾ 7 ਵਜੇ ਦਾ ਟਾਈਮ ਸੀ। ਫਾਦਰ ਸਾਹਿਬ ਮੇਰੇ ਚਲੇ ਗਏ ਵਪਾਰੀ ਦਾ ਪਤਾ ਕਰਨ ਕਿ ਕਿਹੜੇ ਵਪਾਰੀ ਦਾ ਮਾਲ ਹੈ, ਅਤੇ ਮੈਂ ਉੱਥੇ ਇੱਕ ਰੇਹੜੀ ਕੋਲ ਬ੍ਰੇਕਫਾਸਟ ਕਰ ਰਿਹਾ ਸੀ। ਅਤੇ ਇਨ ਬਿਟਵੀਨ ਮੈਂ ਦੇਖਦਾ ਕਿ ਬੱਤੀਆਂ ਵਾਲੇ ਚੌਂਕ ਜੋ 1 ਕਿਲੋਮੀਟਰ ਦੂਰ ਸੀ, ਅਤੇ ਬਹੁਤ ਧੂੰਆਂ ਜਿਹਾ ਉੱਠ ਰਿਹਾ, ਅਤੇ ਮੈਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਆਈ। ਦੇਖਦੇ DTC ਦੀਆਂ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਗੁੰਡਾ ਅਨਸਰ ਹਥਿਆਰ ਲੈ ਕੇ ਉਹਨਾਂ ਨੇ ਸਾਨੂੰ ਇਤਨੀਆਂ ਬਾਹਜ਼ਾਤ ਗੱਲਾਂ ਕੱਢੀਆਂ, ਮੈਨੂੰ ਸਮਝ ਨਹੀਂ ਆਈ ਇਹ ਕਿਉਂ ਗੱਲਾਂ ਕਰਦੇ। ਨੰਗੀਆਂ ਮਾਂ ਭੈਣ ਦੀ ਗੱਲ ਕਰਦੀ, ਅਭੀ ਸਾਲੋਂ ਤੁਮਾਰੇ ਕੋ ਬਤਾਤੇ हैं, ਇਹ ਕਹਿ ਕੇ ਉਹ ਆਜ਼ਾਦਪੁਰ ਵਾਲੀ ਸਾਈਡ ਚਲੇ ਗਏ। ਦਰਜਨਾਂ ਦੇ ਹਿਸਾਬ ਨਾਲ ਬੱਸਾਂ ਭਰੀ ਦੀਆਂ, ਛੱਤਾਂ ਉੱਤੇ ਭਰੇ ਬੰਦੇ ਜਿਹੜੇ ਹਰਿਆਣਾ ਵਾਲੀ ਸਾਈਡ ਤੋਂ ਆਈਆਂ। ਮੈਨੂੰ ਨਹੀਂ ਸਮਝ ਦੇਖਦੇ ਜਿਹੜੇ ਸਾਡੇ ਨਾਲ ਮੇਰੇ ਸਰਦਾਰ ਡਰਾਈਵਰ ਜਾਂ ਮਾਲਕ ਖੜ੍ਹੇ ਸਨ, ਆਸਤਾ ਆਸਤਾ ਖਿਸਕਣੇ ਸ਼ੁਰੂ ਹੋ ਗਏ। ਇੱਕ ਸਮਾਂ ਐਸਾ ਹੈ ਕਿ ਮੈਂ ਉੱਥੇ ਇਕੱਲਾ ਰਹਿ ਗਿਆ, ਮੈਂ ਵੀ ਦੌੜਦਾ ਪਿਆ। ਮੈਂ ਕਿਹਾ ਹੁਣ ਮੈਂ ਕੀ ਕਰਾਂ, ਮੈਂ ਡਰ ਗਿਆ। ਮੈਂ ਕਿਸੇ ਨੂੰ ਪੁੱਛਿਆ, ਉਹ ਕਹਿਣ ਲੱਗੇ ਜੀ ਸਿੱਖਾਂ ਨੂੰ ਮਾਰੇ ਕਰਦੇ ਜੀ, ਇੰਦਰਾ ਗਾਂਧੀ ਮਰ ਗਈ ਹੈ ਅਤੇ ਸਿੱਖਾਂ ਉੱਪਰ ਹਮਲਾ ਹੋ ਗਿਆ।
ਮੈਂ ਵੀ ਦੌੜ ਗਿਆ, ਮੈਨੂੰ ਜਿੱਥੇ ਰਲ ਪਿਆ ਤੇ ਮੈਂ ਜਿਸ ਜਗ੍ਹਾ ਬੜਿਆ ਉਹ ਕਿਸੇ ਬਗੜੀ ਦਾ ਝੁੱਗੀ ਕਮਰਾ ਜਿਹਾ ਸੀ ਤੇ ਉਹਦਾ ਘਰ ਵਾਲਾ ਵੀ ਕਿਤੇ ਲੁੱਟ ਖਸੁੱਟ ਦੇ ਵਿੱਚ ਮਾਰਕੁੱਟ 'ਚ ਗਿਆ ਹੋਣਾ ਤੇ ਜਨਾਨੀ ਨੇ ਉਹਨੂੰ ਚੱਕ ਕੇ ਮੈਨੂੰ ਗਾਂ ਅੱਗੋਂ ਮੰਜਾ ਮਾਰਿਆ ਕਿ ਸ਼ਾਇਦ ਇਹ ਸਰਦਾਰ ਮੇਰੇ ਤੇ ਹਮਲਾ ਕਰਨ ਆ ਗਿਆ ਤੇ ਮੈਂ ਪਨਾਹ ਦੇ ਲਈ ਜਾ ਰਿਹਾ ਸੀ। ਇਨ ਬਿਟਵੀਨ ਮੇਰੇ ਫਾਦਰ ਸਾਹਿਬ ਵੀ ਆ ਗਏ ਮੰਡੀ ਤੋਂ, ਉਹਨਾਂ ਨੇ ਮੈਨੂੰ ਪਿੱਛੋਂ ਫੜ ਕੇ ਧੂ ਕੇ ਆਪਣੇ ਨਾਲ ਕਰ ਲਿਆ। ਨਾਲ ਕਰਕੇ ਤੇ ਥੋੜ੍ਹੇ ਗੱਜ ਦੀ ਦੂਰ ਦੇ ਵਿੱਚ ਇੱਕ ਪੰਜਾਬੀਆਂ ਦਾ ਕਮਰਾ ਸੀ, ਉਹ 5-6 ਭਰਾ ਸੀ। ਉਹਨਾਂ ਨੇ ਸਾਨੂੰ ਕਾਲਪਨਿਕ ਫੋਟੋ ਜਿਹਨੂੰ ਕਹਿ ਸਕਦੇ ਗੁਰੂ ਨਾਨਕ ਸਾਹਿਬ ਦੀ, ਉਹ ਸਾਨੂੰ ਦਿਖਾ ਕੇ ਉਹਨਾਂ ਨੂੰ ਸਾਨੂੰ ਇਹ ਮੈਸੇਜ ਦਿੱਤਾ ਕਿ ਅਸੀਂ ਵੀ ਸਿੱਖਾਂ ਤੇ ਤੁਸੀਂ ਸਾਡੇ ਕੋਲ ਆ ਜਾਓ। ਤੇ ਮੇਰੇ ਫਾਦਰ ਸਾਹਿਬ ਉਹਨਾਂ ਦੇ ਕਮਰੇ ਚਲੇ ਗਿਆ। ਉਸ ਕਮਰੇ ਦੀ ਖਿੜਕੀ 'ਚੋਂ ਅਸੀਂ ਸਾਰਾ ਸੀਨ ਦੇਖਦੇ ਰਹੇ ਲਾਈਵ। ਸਾਡੀ ਗੱਡੀ ਨੂੰ ਅੱਗ ਵੀ ਅਸੀਂ ਆਪਣੀ ਅੱਖਾਂ ਦੇ ਨਾਲ ਲਾਈਵ ਦੇਖਿਆ। ਬਾਕੀ ਗੱਡੀਆਂ ਸੜੀਆਂ, ਮਿੱਠਾ ਸੇਬ ਲੁੱਟ ਲੈਂਦੇ ਸੀ, ਉਸ ਤੋਂ ਬਾਅਦ ਅੱਗ ਲਾਉਂਦੇ ਸੀ। ਖੱਟੇ ਸੇਬ ਵਾਲੀ ਗੱਡੀ ਨੂੰ ਸੇਬ ਦੇ ਸਮੇਤ ਅੱਗ ਲਗਾ ਦਿੰਦੇ ਸੀ। ਜਿਵੇਂ ਜਿਵੇਂ ਯੂਮ ਅੱਗ ਲਗਾਉਂਦਾ ਸੀ ਗੱਡੀਆਂ ਗੱਡੀਆਂ ਪਲਟਾ ਕੇ ਤੇ ਫਿਰ ਅੱਗ ਲਗਾਉਂਦੇ ਸੀ ਤੇ ਅੱਗੇ ਤੁਰੀ ਜਾ ਰਹੀ ਸੀ। ਗੱਡੀਆਂ ਸੈਂਕੜੇ ਦੇ ਹਿਸਾਬ ਸੀ। ਪਾਰ ਇੱਕ ਕਲੋਨੀ ਸੀ, ਉੱਥੇ ਸਿੰਧੀਆਂ ਦੀ ਕਲੋਨੀ ਸੀ। ਉਹ ਸਾਨੂੰ ਵੀ ਉੱਦਾਂ ਦੀ ਫੋਟੋ ਦੱਸ ਸਕੇ, ਸਾਨੂੰ ਇਸ਼ਾਰਾ ਕਰਨ ਵੀ ਸਾਡੇ ਵਾਲੇ ਪਾਸੇ ਆ ਜਾਓ। ਤੇ ਜਿਹੜਾ ਉਹਨਾਂ ਦਾ ਰਾਹ ਜਾਂਦਾ ਸੀ ਉੱਥੇ ਇੱਕ ਸਬ ਇੰਸਪੈਕਟਰ, ਸ਼ਾਇਦ ਮੇਰਾ ਅੰਦਾਜ਼ਾ ਕਿ ਸੂਬਾ ਸਿੰਘ ਨਾਂ ਦਾ, ਤੇ 3 ਪੁਲਿਸ ਕਾਂਸਟੇਬਲ ਉੱਥੇ ਖੜ੍ਹੇ ਸੀ ਤੇ ਉਹ ਰਾਹ ਉਹਨਾਂ ਨੇ ਪੱਥਰ ਵੱਡੇ ਵੱਡੇ ਰੱਖ ਕੇ ਰੋਕ ਲਿਆ ਸੀ। ਤੇ ਉਹ ਫਿਰ ਅਸੀਂ ਕੋਸ਼ਿਸ਼ ਕੀਤੀ, ਫਾਦਰ ਸਾਹਿਬ ਮੇਰੇ ਨੇ, ਤੇ ਅਸੀਂ ਗਿਆ ਥੱਲੇ ਤੇ ਸਿਪਾਹੀਆਂ ਨੂੰ ਸਲੂਟ ਮਾਰ ਕੇ ਉਹਨਾਂ ਨੂੰ ਕਿਹਾ ਵੀ ਇਸ ਗਾੜੀ ਅੱਗੇ ਜਾਣਾ। ਅੱਗੋਂ ਸਿਪਾਹੀ ਨੇ ਬੜੀ ਨੰਗੀਆਂ ਮਾਂ ਭੈਣ ਦੀ ਗਾਲਾਂ ਕੱਢੀਆਂ ਤੇ ਮੇਰੇ ਫਾਦਰ ਸਾਹਿਬ ने इमीडिएट यही गाना मुनाफिद होके सब इंस्पेक्टर को कही, सर मैंने आपके लिए बोला कि रास्ता देना तो वो आपको माँ बहन की गाली निकाल रहे हैं। उत्थे 5-7 भैये भी खड़े सन, टावां करते करते आस्ता आस्ता इकट्ठे हो रहे थे कि साढ़े शायद 2 सरदार कोई शिकार आ गया, इन्होंने उसी मारिए। वो 5-6 की तो हिम्मत पई नहीं सानू हथ पाने की। सब इंस्पैक्टर ने पिस्तौल कढ़ ली अपनी, तो किस बहन चो ने ये बात बोली है। जिवें उन्हें पिस्तौल कढ़ियां कदी तो मेरे फादर साहब ने मैंने इशारा मारिया, तू पत्थर पासे कर। मैं पत्थर पासे किया, गड्डी धू के लैके कलोनी के अंदर लै गए, पार्क के विच गड्डी। तो देखते देखते अद्धे पौने घंटे में उत्थे कोई 44 गड्डियां इकट्ठियां हो गई, जिन्हां दे विच 3 कश्मीर के मुसलमान सन, 3 जम्मू के हिंदू सन, तो बाकी पंजाबी ते अपना जम्मू कश्मीर के सिख सन। मेजॉरिटी दे विच असीं सिख सन। शाम पई 7:30-8 बजे का टाइम आया तो हमलावर आ गया कोई 3-4 हज़ार की गिनती के विच। उन्होंने बड़ा जबरदस्त तरीके नाल हमला किया, असीं मुकाबला किया। उस मुकाबले दे विच असीं बच गए। ਜਦੋਂ ਤੁਸੀਂ ਗੱਡੀ ਅੰਦਰ ਤੁਹਾਡੇ ਪਿਤਾ ਜੀ ਨੇ ਅੰਦਰ ਵਾੜੀ ਸੀ ਤੇ ਉਸ ਤੋਂ ਬਾਅਦ ਕੋਈ ਆਪਸ ਵਿੱਚ ਜਿੰਨੇ ਵੀ ਡਰਾਈਵਰ ਸਨ ਜਾਂ ਕੰਡਕਟਰ ਸਨ ਆਪਸ ਵਿੱਚ ਰਲ ਮਿਲ ਕੇ ਜਾਂ ਉਹ ਕਲੋਨੀ ਸੀ ਉਹਨਾਂ ਨਾਲ ਕੋਈ ਬੈਠ ਕੇ ਮੀਟਿੰਗ ਹੋਈ ਵੀ ਅੱਗੇ ਪਲਾਨ ਕੀ ਤੁਹਾਡਾ? बिल्कुल वो कलोनी वाले बंदे उन्होंने कहा जी हुण मेरे फादर साहब बेसिकली इन्होंने 1947 का हंडा सिर भी हंडाया हुआ सी। ये मतलब सियाने बंदे सन, समझदा इन्होंने दूरंदेशी सी, पता सी कि हालात की बनने वाले। इन्होंने मैनू कह दिता सी भी हुण मरना है, मतलब कुत्ते की मौत नहीं मरना, लड़ के मरना है। इन्होंने मैनू ये कहा, मेरे उन्हें सिर ते कंबल बंध दिता, मेरी छाती ते भी कंबल बंधा भी हुण आमने सामने मुकाबला होएगा, लास्ट दम तक मरना, हथे नहीं मरना, कुत्ते की मौत नहीं मरना, लड़ के मरना। तो मेरे दिमाग में एक प्यो ने जिसले पुत्तर के दिमाग 'च गल पाती तो मैनू आ लगे कि मेरा बाप ये गल कहता तो मतलब गल सच है, मैनू तो इन्नी समझ नहीं सी। तो फिर कलोनी वाले ने मीटिंग करके उन्होंने कहा भी हमला होना तो अपने बचा कर। उस टाइम तो असीं मुकाबला कर लिया। सानू भी उन्होंने स्ट्रेंथ नहीं पता सी कि इतनी तादाद के बंदे हमलावर आएंगे। फिर उस हमले तो बाद सानू सुचेत होना पै गया। फिर असीं मिसालां लैके चारे कोने दे रात नूं पहरा दिता। ग्रुप दे टोले बना के असीं वंडे आपसी जो साडे कोल सी, टायर लेवर, दराट, कोई सोटा, कोई कुछ राड़ वगैरह असीं लैके ते अपने पैरे वास्ते प्रोटैक्शन वास्ते खड़े होंगे। कलोनी वाले बंदे भी सारे नाल। तो वही गल हुई, रात को कोई 10:30-11 बजे नाल फिर हमला होया, फिर मुकाबला किया सी। वो पूरी रात 4 बार साडे नाल हमले होए। वो लास्ट हमला सुबह 4 बजे होया। असीं पूरी रात पैरे ते पूरी रात जाग के कट्टी तो कामयाब नहीं होए सानू मारन दे विच। अगले दिन 11:30 बजे नाल कलोनी वाले ने कहा भी तुहानूं असीं खाण पीण दा कोई इंतजाम करिए। उन्होंने साढ़े वास्ते पूरियां ते चने बनाए। आ गल पुलिस नूं पता लगी तो पुलिस जहांगीरपुर पुलिस का SHO तो पूरी फोर्स लैके उत्थे पुज्या। उन्होंने की किया, सगला चने का सारा डोलिया, कढ़ाई दे विचों तेल डोलिया, पूरियां सारियां थल्ले तैस नैस करके सारा समान चक के अपनी पुलिस की गड्डी पा के चक के लै गया। उन्होंने ये मतलब जड़ा तेल ਜਾਂ ਤੁਸੀਂ ਜਿਹੜੀ ਪੂੜੀਆਂ ਬਣਾ ਰਹੇ ਸੋ ਡਰਾਈਵਰ ਕਨੈਕਟਰ ਰਲ ਕੇ ਤੇ ਇਹ ਕਿਉਂ ਡੋਲਿਆ? ਉਹਨਾਂ ਦੀ ਇੱਕੋ ਮਨਸ਼ਾ ਸੀ ਕਿ ਅਗਰ ਇਹ ਰੋਟੀ ਖਾਣਗੇ ਤਾਂ ਤਕੜੇ ਹੋਣਗੇ, ਲੜਨਗੇ, ਭੁੱਖੇ ਪਾਣੀ ਰਹਿਣਗੇ ਤੇ 7-7 ਦਿਨ ਖਤਮ ਹੋ ਗਏ ਤਾਂ ਹਮਲਾਵਰ ਤੋਂ ਜਲਦੀ ਹਮਲਾ ਕਰਕੇ ਇਹਨਾਂ ਦਾ ਕੰਮ ਕਰ ਲੈਣਗੇ, ਇਹਨਾਂ ਨੂੰ ਮਾਰ ਦੇਣਗੇ। ਠੀਕ ਹੈ। ਇਹਨਾਂ ਦੀ ਮਨਸ਼ਾ, ਦਿੱਲੀ ਪੁਲਿਸ ਦੀ ਮਨਸ਼ਾ ਇਹੀ ਸੀ ਕਿ ਭੁੱਖੇ ਰਹਿਣਗੇ ਤੇ ਲੜਾਈ ਨਹੀਂ ਕਰ ਸਕਣਗੇ। ਇਹਦਾ ਮਤਲਬ ਪਿੱਛੋਂ ਇਹਨਾਂ ਨੂੰ ਆਰਡਰ ਇਦਾਂ ਦੇ ਸੀ ਸਾਰੇ? ਹਾਂ ਬਿਲਕੁਲ, ਇਹ ਭਾਰਤ ਸਰਕਾਰ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ।
ਇਹ ਪਲਾਨ ਇਸ ਤਰ੍ਹਾਂ ਨਹੀਂ ਹੋਇਆ, ਕਿਉਂਕਿ ਅਸੀਂ ਤੇ ਅੱਖਾਂ ਡਿੱਠਾ ਹਾਲ ਦੇਖਿਆ। ਮੌਤ ਦਾ ਜਿਹਨੂੰ ਨੰਗਾ ਨਾਚ ਕਹਿੰਦੇ ਨੇ, ਉਹ ਆਪਣੀ ਅੱਖਾਂ ਦੇ ਨਾਲ ਦੇਖਿਆ। ਆਪਣੀ ਅੱਖਾਂ ਦੇ ਨਾਲ ਦੇਖਿਆ ਸਿੱਖਾਂ ਦੀਆਂ ਭੈਣਾਂ ਦੀਆਂ ਮਾਵਾਂ ਦੀਆਂ ਇੱਜ਼ਤਾਂ ਲੁਟਾਉਂਦਿਆਂ। ਆਪਣੀ ਅੱਖਾਂ ਨਾਲ ਦੇਖਿਆ ਸਿੱਖਾਂ ਦੇ ਗਲ ਵਿੱਚ ਟਾਇਰ ਪਾ ਕੇ ਸਾੜਨ ਦਾ। ਆਪਣੀ ਅੱਖਾਂ ਦੇ ਨਾਲ ਦੇਖਿਆ ਸਿੱਖਾਂ ਦੀਆਂ ਧੀਆਂ ਦੇ ਗੁਪਤ ਅੰਗਾਂ ਦੇ ਵਿੱਚ ਰਾੜਾ ਮਾਰ ਮਾਰ ਕੇ ਉਹਨੂੰ ਮਾਰਿਆ। ਪਿਓ ਦੇ ਸਾਹਮਣੇ ਧੀ ਦੀ ਇੱਜ਼ਤ ਲੁੱਟੀ, ਭਰਾ ਦੇ ਸਾਹਮਣੇ ਭੈਣ ਦੀ ਇੱਜ਼ਤ ਲੁੱਟੀ, ਪੁੱਤਰ ਦੇ ਸਾਹਮਣੇ ਮਾਂ ਦੀ ਇੱਜ਼ਤ ਲੁੱਟ ਕੇ ਫਿਰ ਉਹਨਾਂ ਸਾਹਮਣੇ ਜਦ ਉਹ ਗਲ ਵਿੱਚ ਟਾਇਰ ਪਾਉਂਦੇ ਸਨ ਤਾਂ ਸਾਲੇ ਆਪ ਕਰੋ ਡਾਂਸ ਕਰੋ, ਆਪ ਸਾਲੇ ਡਿਸਕੋ ਕਰੋ, ਇਸ ਤਰ੍ਹਾਂ ਦੀ ਬਦ ਹਾਲਾਜੀ ਗੱਲਾਂ ਕਰਕੇ ਤੇ ਕੋ ਕੇ ਨਾ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਉੱਤੇ। ਮੈਨੂੰ ਮੇਰੇ ਫਾਦਰ ਜਿਸ ਟਾਈਮ ਤਾਂ ਇਹ ਹਮਲਾ ਹੋਇਆ ਫਿਰ ਤਾਂ ਅਸੀਂ ਚੁਕੰਨੇ ਹੋ ਗਏ। ਖਾਣ ਪੀਣ ਤਾਂ ਸੀਗੀ, ਪੁਲਿਸ ਤਾਂ ਸਾਰਾ ਕੁਝ ਚੱਕ ਲੱਗੀ। ਪੁਲਿਸ ਸਾਨੂੰ ਕਹਿੰਦੀ ਹੈ ਵੀ ਜੋ ਵੀ ਬੰਦਾ गाड़ी से बाहर निकलेगा देखते ही गोली मार दी जाएगी, अपनी गाड़ी से बाहर नहीं आना। ਅਸੀਂ ਗੱਡੀ ਵਿੱਚ ਹੀ ਚੱਲ ਗਏ। ਗੱਡੀ ਜਾਣ ਤੋਂ ਪਹਿਲੇ ਮੇਰੇ ਫਾਦਰ ਸਾਹਿਬ ਨੇ ਕਲੋਨੀ ਵਾਲੇ ਨੂੰ ਗੱਲ ਕੀਤੀ ਵੀ ਸਾਡੇ ਤੇ ਹੁਣ ਪੁਲਿਸ ਨੇ ਨਾਲ ਕੇ ਹਮਲਾ ਕਰਾਉਣਾ, ਤੁਸੀਂ ਆਪਣੀਆਂ ਔਰਤਾਂ ਬੱਚੇ ਤੇ ਬਜ਼ੁਰਗ ਜਿਹੜੇ ਟਾਪ ਤੇ ਪੱਥਰ ਲੈ ਕੇ ਚਾੜ ਦਿਓ। ਉਹ ਫਲੈਟਸ ਨੇ 8-8 10-10 ਮੰਜ਼ਿਲ ਫਲੈਟ, ਤੇ ਕਲੋਨੀ ਵਾਲੇ ਨੇ ਉੱਦਾਂ ਹੀ ਕਰ ਦਿੱਤਾ। ਪੱਥਰ ਲੈ ਕੇ ਸਾਰੇ ਰੋੜੇ ਰਾੜੇ ਲੈ ਕੇ ਚੜ੍ਹ ਗਏ ਉੱਤੇ। ਤੇ ਜਿਵੇਂ ਉਹ ਹਮਲਾਵਰ ਆਏ ਪਲਾਨ ਦੇ ਤਹਿਤ, ਜਿਸ ਤਰ੍ਹਾਂ ਦਿੱਲੀ ਪੁਲਿਸ ਦੀ ਪਲੈਨਿੰਗ ਸੀ, ਅਸੀਂ ਸਾਰੇ ਗੱਡੀ ਵਿੱਚ, ਉਹ ਇੱਥੇ ਤੱਕ ਹੋ ਗਏ ਕਿ ਸਾਡੀ ਗੱਡੀਆਂ ਤੱਕ ਪੁੱਜ ਗਏ। ਤੇ ਅਸੀਂ ਕਈ ਬੰਦੇ ਗੱਡੀ 'ਚੋਂ ਬਾਹਰ ਨਿਕਲ ਕੇ ਤਾਂ ਨਿਕਲਣਾ ਮੌਕਾ ਨਹੀਂ, ਇੰਨੀ ਭੀੜ ਅੰਦਰ ਆ ਗਈ। ਫਿਰ ਉਹ ਜਿਹੜੇ ਬੰਦੇ ਉੱਪਰ ਚੜ੍ਹੇ ਸੀ ਉਹਨਾਂ ਨੇ ਉੱਪਰੋਂ ਪਥਰਾਓ ਕੀਤਾ। ਜਿਸ ਟਾਈਮ ਉਹਨਾਂ ਨੇ ਤਾਬੜ ਤੋੜ ਪਥਰਾਓ ਕੀਤਾ, ਉਹਨਾਂ ਦੇ ਟਿੰਡਾਂ ਦੇ ਜੋ ਖੂਨ ਵਗੇ, ਸਿਰ ਫਟੇ। ਜਿਸ ਲਈ ਉਹ 10-20 ਫੁੱਟ ਪਿੱਛੇ ਹਟੇ, ਸਾਨੂੰ ਗੱਡੀ 'ਚੋਂ ਬਾਹਰ ਨਿਕਲਣ ਦਾ ਮੌਕਾ ਮਿਲਿਆ। ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਆਸਰਾ ਲੈ ਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਦੋਂ ਅਸੀਂ ਨਿਕਲੇ ਬਾਹਰ, ਤੇ ਫਿਰ ਉਹਨੂੰ ਅਸੀਂ ਜਾ ਕੇ ਕੋਈ 1 ਕਿਲੋਮੀਟਰ ਦੂਰ ਪਛਾੜ ਕੇ ਆਏ। ਇਹ ਸਿਲਸਿਲਾ ਵੀ 2 ਨਵੰਬਰ ਨੂੰ ਚੱਲਦਾ ਰਿਹਾ। ਸੇਮ ਸਿਲਸਿਲਾ 3 ਨਵੰਬਰ ਨੂੰ ਵੀ ਚੱਲਦਾ ਰਿਹਾ। ਤੇ ਜਦੋਂ ਸਾਨੂੰ ਵਿੱਚ ਥੋੜ੍ਹਾ ਜਿਹਾ ਮੌਕਾ ਮਿਲਦਾ ਸੀ ਸ਼ਾਂਤੀ ਜੀ, ਹੁਣ ਕਿਉਂਕਿ ਉਹ ਤਿਆਰੀ ਕਰਦੇ ਸੀ ਅਗਲਾ ਹਮਲਾ ਕਿਵੇਂ ਕਰਨਾ, ਤੇ ਅਸੀਂ ਵੀ ਪਲੈਨਿੰਗ ਕਰਦੇ ਸੀ ਕਿ ਅਗਲਾ ਬਚਾਓ ਅਸੀਂ ਕਿੱਦਾਂ ਕਰਨਾ। ਫਿਰ ਸਾਨੂੰ ਥੋੜ੍ਹਾ ਅੱਗੇ ਪਿੱਛੇ ਦੇਖਣ ਦਾ ਮੌਕਾ ਲੱਭਦਾ ਸੀ। ਹਾਲਾਤ ਦੇਖਣ ਵਾਲੇ ਸੀ, ਇਤਨੀ ਲੁੱਟ ਖਸੁੱਟ ਪਈ ਸੀ ਕਿ 47 ਵੀ ਦੇ ਅੱਗੇ ਕੁਛ ਵੀ ਨਹੀਂ ਸੀ। ਹੁਣ ਭਾਰਤ ਦੀ ਸਰਕਾਰ ਨੇ ਪੂਰੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਨੇਸਤੋ ਨਬੂਦ ਕਰਨ ਦੀ ਠਾਣ ਲਈ ਸੀ। ਇਹਨਾਂ ਦਾ ਇੱਕ ਸੁਪਰਸਟਾਰ ਅਮਿਤਾਭ ਬੱਚਨ, ਜਦੋਂ ਇਹ ਰਾਜੀਵ ਗਾਂਧੀ ਦਾ ਦੋਸਤ ਸੀ, ਜਦੋਂ ਇੰਦਰਾ ਗਾਂਧੀ ਨੇ ਦਮ ਤੋੜਿਆ ਏਮਸ ਦੇ ਵਿੱਚ, ਇਕੱਠੇ ਪੜ੍ਹੇ ਸਨ ਮੈਂ ਦੇਹਰਾਦੂਨ ਸਕੂਲ ਦੇ ਵਿੱਚ। ਹਾਂ, ਇਹ ਆਪਸੀ ਬੜੇ ਮਿੱਤਰ ਸਨ। ਇਸੇ ਨੇ ਉਹਨੂੰ ਇਲੈਕਸ਼ਨ ਲੜਾ ਕੇ ਤੇ MP ਇਲਾਹਾਬਾਦ ਤੋਂ MP ਬਣਵਾਇਆ ਸੀ। ਉਹ ਜਦੋਂ ਇੰਦਰਾ गांधी मर गई तो अमिताभ बच्चन ने सब तो पहले कहा कि इंदिरा जी के खून के छींटे लोगों के घर तक पहुंचने चाहिए। जदों उसने स्टेटमेंट दी, उस एम्स के नेड़े तेड़े जितना भी सिख सी विदिन मिनट भीड़ ने खत्म कर दिता। इसका मतलब इस जेनोसाइड ਦੇ ਵਿੱਚ ਜੋ ਉੱਥੇ ਹਮਲੇ ਹੋਏ ਨੇ, ਇਹਦੇ ਵਿੱਚ ਫਿਲਮ ਅਦਾਕਾਰ, ਕਿਉਂਕਿ ਇਸਨੇ ਬਿਆਨ ਹੀ ਇੱਥੇ ਦਿੱਤਾ, ਲੋਕ ਭੜਕਾੜ 'ਚ ਹੋਏ। बिल्कुल, इसने बल्दी अग दे विच पेट्रोल पंप का काम किया। इसने बयान दिता। फिर राजीव गांधी ने कहा, जब बड़ा पेड़ गिरता है तो धरती कांपती है। मैं इत्थे भारत की सरकार नूं, इस मनुवादी सरकार नूं एक चीज़ पूछना चाहना, जदों महात्मा गांधी तुहाडा भारत का पिता, उसका कतल होंदा है नाथू राम गोडसे दे वल्लों, ते क्या भारत की रूह अदू नहीं कमी? क्या अदू दिल्ली नहीं कमी? अदू क्यों नहीं जेनोसाइड होया? जिस कम्यूनिटी नालों बिलोंग करता सी, जिन्हें महात्मा गांधी का कतल किया सी, उस कम्यूनिटी के दंगे फसाद क्यों नहीं होए? और उस टाइम धरती नहीं हिली। उस टाइम धरती क्यों नहीं हिली? क्या सिखां दे करके ही धरती हिलनी सी? इस दिल्ली नूं, ये दिल्ली कहंदी बड़े दिल वालों दी है, उस टाइम दिल्ली ने आ दरिंदगी क्यों दिखाई? क्यों सिखां दी मौत का नंगा नाच खेडिया? इस दिल्ली, इस भारत के पिछे साढ़े बजुर्गों ने 90-92% कुर्बानियां दे के इस भारत देश में आज़ाद करवाया। अपना सारा कारोबार घर-बार लुट लटा के, परिवार मरवा के भारत में रहना पसंद किया, तो भारत की आज़ादी में सब तो बड़ा योगदान कुर्बानियां दे के अपना योगदान पाया। जी जी। उस भारत सरकार ने नाल होकर सिखां की नस्ल कुशी की, जेनोसाइड की। अज ये कहते हैं कि दंगे होए, दंगे होंदे ने दो कम्यूनिटियां दे, दो फिरकियां दे। ये तो सीधी सीधी सरकार की गल सी। दिल्ली के विच इंदिरा गांधी मरी, जमुना पार, बखारो, कानपुर, देश के कोने कोने, ईवन कि साडे जम्मू कश्मीर के तलवाड़ा विच भी सिखां नूं शहीद किया गया। इस विच उस वक्त किहड़े-किहड़े लीडर सन, तुहानूं पता उन्हां लीडरां दे नाम जिन्हां ने नाल होके सारा कुछ एक कारा करवाया? उहदे विच सब तो प्रमुख सी जगदीश टाइटलर, धवन, शास्त्री, कमलनाथ, HKL भगत। इन्हां नूं सिखां नूं चढ़ाउण दी करके राजीव गांधी ने
ਇਹਨਾਂ ਨੂੰ MP ਬਣਾ ਕੇ ਮਨਿਸਟਰੀਆਂ ਦਿੱਤੀਆਂ। ਸਿੱਖਾਂ ਦੇ ਜ਼ਖਮਾਂ ਦੇ ਉੱਪਰ ਇਹਨਾਂ ਨੇ ਨਮਕ ਛਿੜਕਿਆ। ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ, ਜੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ ਸਾਡਾ ਦਰਬਾਰ ਸਾਹਿਬ ਤੇ ਅੱਜ ਤੱਕ ਜਿਸ ਨੇ ਹਮਲਾ ਕੀਤਾ, ਸਾਡਾ ਦਰਬਾਰ ਸਾਡੇ 6 ਤੋਂ 7 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਅਕਾਲ ਤਖਤ ਸਾਹਿਬ ਦੀ ਉਸਾਰੀ ਸਾਡੇ ਗੁਰੂ 6ਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਹੱਥੀਂ ਉਸਾਰੀ ਕੀਤੀ ਹੋਈ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਹੱਥੀਂ ਕਾਰ ਸੇਵਾ ਕਰਕੇ ਹਰਿਮੰਦਰ ਸਾਹਿਬ ਰੱਖਿਆ ਹੈ, ਸਾਈਂ ਮੀਆਂ ਅਮੀਰ ਦੇ ਕੋਲੋਂ ਨੀਂਹ ਪੱਥਰ ਰਖਵਾ ਕੇ। ਸਾਡੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਜਿਸ ਨੇ ਵੀ ਅੱਜ ਤੱਕ ਹਮਲਾ ਕੀਤਾ, ਸਿੱਖਾਂ ਨੇ ਕਦੇ ਉਹਨਾਂ ਨੂੰ ਬਖਸ਼ਿਆ ਨਹੀਂ। ਚਾਹੇ ਉਹਦੇ ਵਿੱਚ ਜਹਾਨ ਖਾਨ ਹੋਏ, ਜ਼ਕਰੀਆ ਖਾਨ ਹੋਏ, ਮੱਸਾ ਰੰਗੜ ਹੋਏ, ਅਹਿਮਦ ਸ਼ਾਹ ਅਬਦਾਲੀ ਹੋਏ। ਸਿੱਖਾਂ ਦਾ ਇਤਿਹਾਸ ਹੈ ਕਿ ਹਿਸਟਰੀ ਦੱਸਦੀ ਹੈ ਕਿ ਸਾਰਿਆਂ ਨੂੰ 153ਵੇਂ ਦਿਨ ਦੇ ਵਿੱਚ ਸਾਰਿਆਂ ਦਾ ਭੋਗ ਪਾਇਆ ਹੀ ਪਾਇਆ। ਤੇ ਇੰਦਰਾ ਗਾਂਧੀ ਕਿਹੜੀ ਬਾਗ ਦੀ ਮੂਲੀ ਸੀ? ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ, ਹਜ਼ਾਰਾਂ ਦੀ ਤਾਦਾਦ ਵਿੱਚ ਬੇਗੁਨਾਹ। ਉਹ ਦਿਨ ਵੀ ਉਹ ਚੁਣਿਆ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਸੀ। ਪਲੈਨ ਦੇ ਨਾਲ ਦੇਖੋ ਸਿੱਖਾਂ ਦੀ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਨੇ ਜੈਨੋਸਾਈਡ ਕੀਤਾ। ਉਹ ਦਿਨ ਚੁਣ ਕੇ ਨਿਹੱਥੇ ਬੱਚਿਆਂ, ਜਨਾਨੀਆਂ, ਔਰਤਾਂ ਨੂੰ ਇਸ ਤਰ੍ਹਾਂ ਕੋ ਕੇ ਮਾਰਿਆ ਜਿਸ ਤਰ੍ਹਾਂ ਮੁਗਲ ਸਰਕਾਰ ਸਿੱਖਾਂ ਦੇ ਬੱਚੇ ਉੱਪਰ ਛੱਡ ਕੇ ਥੱਲੇ ਨੇਜੇ ਨਾਲ ਟੰਗ ਡਾ ਕੇ ਸਿੱਖਾਂ ਨੂੰ ਮਾਰਦੇ। ਇਸ ਤਰ੍ਹਾਂ ਹੀ ਮਨੂੰ ਦੇ ਸਾਹਮਣੇ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ ਮਨੂੰ ਵੱਢਦਾ ਸੀ ਦੂਨ ਸਵਾਏ ਹੋਏ। ਇਹਨਾਂ ਦੇ ਮਾਰਿਆਂ ਮੁਕਾਇਆਂ ਸਾਡੀ ਕੌਮ ਥੋੜੀ ਮੁੱਕ ਸਕਦੀ ਹੈ। ਜਿਸ ਕੌਮ ਦਾ ਗੁਰੂ ਨਾਨਕ ਸਾਹਿਬ ਨੇ ਫਲਸਫਾ ਲਾਇਆ ਹੋਏ, ਬੂਟਾ ਲਾਇਆ ਹੋਏ, ਉਸ ਕੌਮ ਨੂੰ ਕੌਣ ਜੰਮਿਆ ਮਾਰਨ ਵਾਲਾ? ਇਹਨਾਂ ਨੇ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ, ਮੁਗਲਾਂ ਵੀ ਆਪਣੀ तरफ पूरी कोशिश की। ना कहूँ मैं अब की, ना कहूँ मैं तब की, अगर ना होते गुरु गोबिंद सिंह तो सुन्नत होती सब की। मैं इस करके गल कह रहा कि उस गुरु गोबिंद सिंह महाराज ने अपना पिता गुरु तेग बहादुर साहब, अपनी माता गुजर कौर जी, अपने 4 साहिबजादे, हज़ारों की तादाद अपनी जान तो प्यारे अपने सिख जिन्होंने विच 5 प्यारे, 40 मुते, अनेकों गुरसिख इस मुसलमान के लिए, इस मतलब कि जुल्म के खिलाफ अपनी शहादत देती। तो इस इन्ना करके इन्हों का कदे इन्हों के प्राण च ना देती। औरंगजेब नूं चने चुबा के रखते थे इस चीज़ के करके कि ताकि भारत से जी हिंदू जड़ा धर्म है ये महफूज रहे। क्योंकि उस टाइम औरंगजेब 1.25 मन जंजू ला के ते आप रोटी खांदा सी, इतना जुल्म इन्ना हिंदू धर्म के उपर करता सी। ते उस टाइम गुरु साहब ने इन्हों की बांह पकड़ी तो ये कदे इन्होंने उसका सलूक सानू ये दिता, उसका क्रेडिट सानू ये दिता। 1984 के इन्हें साडी धीआं भैणां दी लट के साडे सिखां दे गलां टायर पा के कैमिकल पाउडर सट के खो के उन्होंने सानू मारिया। सानू बड़ा अफसोस है इस चीज़ का। और जब तक रहांगे जिंदे सानू इस चीज़ का अफसोस ही रहेगा। साडे कलेजे नूं ठंड उदों पवेगी जदों इन्हां दरिंदियां नूं फांसी दे तख्ते ते चढ़ाया जाएगा। वाहिगुरू जी का खालसा, वाहिगुरू जी की। सो ये सन सरदार हरपाल सिंह जी पाली, चेयरमैन इंसाफ दे, जिन्होंने अपनी हड्ड बीती जो दिल्ली गए हुए सन सारी उन्होंने विचा सुनाई है। जो भारत सरकार दे नाल होके लीडरशिप नाल होके उस दरिंदगी दिखाई गई, धीआं भैणां दी इज्जत लुट्टी गई। सरदार प्रतपाल सिंह जी जिन्हें 2 ब्रदर उत्थे गए सन, बाद च ये भी दिल्ली गए। इन्होंने जाके देखा इन्हों के भरावां नूं कतल कर दिता गया सी, उन्हां दी मौत हो चुकी सी। सो अफसोस ने कहना पैंदा है जिस देश के संबंध में साडे बजुर्गों ने अपनी शहादतां दित्तियां, काले पानी सजावां दित्तियां, काल कोठरियां बंद होई, तसीहे सही अपने बच्चों को नेजियां तक चनाया इस देश के लोगों को महफूज रखने वास्ते, ताकि इन्हां उपर जुल्म पूर्ण ना हो सके, ये आज़ादी मान सकन, आज़ादी ना रह सकन। सो की पता सी भी इस देश के नाल जिहड़े सोल्जर ने, जिहड़े सिपाही सन, जिहड़े उस समय योधे साडे सन, उन्हां दे परिवारां दे नाल अगे उन्हां दे बच्चों के नाल ये जेनोसाइड होएगा, उन्हां दे बच्चे नूं कतल किया जाएगा, उन्हां दी धीआं भैणां दी इज्जत लुट्टी जाएगी। पुत के सामने माँ की, भरा के सामने भैन की इज्जत लुट्टी गई। सो ये जड़ा जो कुछ होया इन्ना साढ़े बजुर्ग दसते हैं 1947 भी इदा कुछ नहीं होया। बगाने लोगों ने भी इदा कुछ नहीं किया। जो साढ़े देश के चौधरियां ने, इतों के जो लीडरशिप ने किया, सरकार ने किया उस वक्त 1984 वो बहुत वड्डा भयानक दृश्य सी। दुख ने कहना पैंदा है, वो गल्लां याद ही अखां च अथरू आ जाते हैं। सो ये सन अज जो तुहानूं असीं नानक नगर जम्मू विखे सिंह नाथ TV चैनल जो यूके तो है, सो रिपोर्टर पुष्पिंदर सिंह जी दोनों अज उनके फतेह बुलाओ। वाहिगुरू जी का खालसा, वाहिगुरू जी की फतेह।